ਕਮਿਊਟ ਵੇਖ ਰਹੇ ਹੋ ਤੁਸੀਂ, ਮੈਂ ਆਸ਼ਾ ਪੰਜਾਬੀ। ਸੋ ਦੀਵਾਲੀ ਦੀਆਂ ਰੌਣਕਾਂ ਨੇ ਜਿਹੜੀਆਂ ਲੱਗ ਚੁੱਕੀਆਂ ਨੇ ਚੰਡੀਗੜ੍ਹ ਦੀ ਮੇਨ ਮਾਰਕੀਟ ਜੋ ਕਾਫੀ ਜ਼ਿਆਦਾ ਫੇਮਸ ਹੈ। 22 ਦੇ ਵਿੱਚ ਅਸੀਂ ਪਹੁੰਚੇ ਹੋਏ ਹਾਂ। ਸੋ ਕਰੋਨਾ ਤੋਂ ਬਾਅਦ ਇਹ ਪਹਿਲੀ ਦੀਵਾਲੀ ਹੈ। ਸੋ ਇਸ ਦੀਵਾਲੀ ਦੇ ਚੱਲਦਿਆਂ ਕਿੰਨੇ ਕੁ ਜ਼ਿਆਦਾ ਜਿਹੜਾ ਫਰਕ ਪਿਆ ਹੈ ਇਸ ਤਿਉਹਾਰ ਦੇ ਉੱਪਰ, ਕਿੰਨੀ ਕੁ ਜ਼ਿਆਦਾ ਜਿਹੜੀ ਪਹਿਲਾਂ ਨਾਲੋਂ ਵਿਕਰੀ ਘੱਟ ਹੋ ਰਹੀ ਹੈ ਜਾਂ ਫਿਰ ਜ਼ਿਆਦਾ ਹੋ ਰਹੀ ਹੈ, ਉਸ ਬਾਰੇ ਗੱਲਬਾਤ ਕਰਾਂਗੇ ਦੁਕਾਨਦਾਰਾਂ ਦੇ ਨਾਲ। ਦੁਕਾਨਾਂ ਸਜੀਆਂ ਹੋਈਆਂ ਨੇ, ਵੱਖ-ਵੱਖ ਜਿਹੜੇ ਸਟਾਲਸ ਨੇ ਉਹ ਲੱਗੇ ਹੋਏ ਨੇ। ਸੋ ਗਾਹਕਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਤੇ ਦੁਕਾਨਦਾਰਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿੰਨਾ ਕਿਸ ਪੈਂਡੇਮਿਕ ਨੇ ਅਫੈਕਟ ਕੀਤਾ ਇਸ ਸਾਰੇ ਕਾਰੋਬਾਰ ਨੂੰ। ਸੋ ਆਓ ਜੀ। ਤੁਹਾਡਾ ਨਾਮ? ਨਰੇਸ਼ ਸ਼ਰਮਾ ਜੀ। ਕੀ ਕੰਮ ਕਰਦੇ ਹੋ? ਮਹਿੰਦੀ ਦਾ ਕੰਮ ਕਰਦੇ ਹਾਂ। ਮਹਿੰਦੀ ਦਾ ਕੰਮ ਕਰਦੇ ਹੋ ਤੇ ਕਿੰਨੀ ਕੁ ਜ਼ਿਆਦਾ ਵਿਕਰੀ ਹੁੰਦੀ ਆ ਆਮ ਦਿਨਾਂ ਦੇ ਨਾਲੋਂ, ਜਾਂ ਫਿਰ ਇਹ ਲੱਗਦਾ ਕਿ ਪੈਂਡੇਮਿਕ ਤੋਂ ਬਾਅਦ ਇਹ ਸ਼ਾਇਦ ਘੱਟ ਆ ਰਹੇ ਨੇ ਗਾਹਕ? ਕੁਛ ਇਦਾਂ ਦਾ ਮਹਿਸੂਸ ਹੋ ਰਿਹਾ? ਹਾਂਜੀ ਹਾਂਜੀ, ਬਿਲਕੁਲ ਮਹਿਸੂਸ ਹੋ ਰਿਹਾ। ਕਰੋਨਾ ਕਾਲ ਦੇ ਬਾਅਦ ਯਾਨੀ ਕਿ ਜਿਹੜੀ ਚੀਜ਼ ਹੁਣ ਖੁੱਲ੍ਹਣ ਲੱਗੀ ਹੈਗੀ, ਧੀਰੇ ਧੀਰੇ ਕਰਕੇ ਕਸਟਮਰ ਆਉਣ ਲੱਗੇ ਹੈਗੇ। ਪਹਿਲੇ ਤਾਂ ਬਿਲਕੁਲ ਵੀ ਨਹੀਂ ਸੀਗਾ, ਰੋਜ਼ਗਾਰ ਬਿਲਕੁਲ ਖਤਮ ਹੋ ਚੁੱਕਿਆ ਸੀਗਾ। ਤੇ ਇਸ ਕਰਕੇ ਹੁਣ ਕਸਟਮਰ ਧੀਰੇ ਧੀਰੇ ਕਰਕੇ ਆ ਰਹੇ ਹੈਗੇ, ਬਾਜ਼ਾਰਾਂ ਦੇ ਵਿੱਚ ਸ਼ੋਪਿੰਗ ਕਰ ਰਹੇ ਹੈਗੇ, ਆਪਣੀ ਜੋ ਵੀ ਜ਼ਰੂਰਤ ਦੀ ਚੀਜ਼ ਹੈਗੀ ਖਰੀਦ ਰਹੇ ਹੈਗੇ। ਤੇ ਤੁਹਾਨੂੰ ਲੱਗਦਾ ਕਿ ਹੁਣ ਜਿਹੜੀ ਕਮਾਈ ਆ ਉਹ ਵਧੀਆ ਹੋਣ ਲੱਗ ਗਈ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਵਧੇਗੀ? ਮੈਮ ਹਜੇ ਤਾਂ ਨਹੀਂ ਹੋਈ ਹੈਗੀ, ਪਰ ਆਉਣ ਵਾਲੇ ਟਾਈਮ ਦੇ ਵਿੱਚ ਕਹਿ ਸਕਦੇ ਹੈਗੇ ਵੀ ਜਿੱਦਾਂ ਜਿੱਦਾਂ ਕਰਕੇ ਹੁਣ ਬਿਜ਼ਨਸ ਖੁੱਲ੍ਹ ਰਿਹਾ ਹੈਗਾ, ਵਪਾਰ ਖੁੱਲ੍ਹ ਰਿਹਾ ਹੈਗਾ ਮਾਰਕੀਟਾਂ ਦੇ ਵਿੱਚ, ਜਾਂ ਫਿਰ ਜਿੱਦਾਂ ਵੀ ਸਰਕਲ ਚੱਲ ਰਿਹਾ ਹੈਗਾ, ਉਸ ਹਿਸਾਬ ਨਾਲ ਅੱਗੇ ਤੋਂ ज़्यादा इफेक्ट पड़ेगा। मैम जैसे फेस्टिवल सीज़न है और साथ ही साथ महंगाई भी बढ़ रही है, तो आपको लगता है कि इसका इम्पैक्ट पड़ रहा है आपकी दुकानदारी पे? हाँ जी मैम, पड़ रहा है। मतलब किस तरह से कि कम आ रहे हैं गाहक? पहले प्रीमियम के थे ना, वो जो प्रीमियम वाले वो लो में भी आ रहे हैं। जो बजट उतना है नहीं कस्टमर का जितना वो पहले लेके चलते थे। जैसे पहले प्रीमियम रेंज, जैसे कस्टमर प्रीमियम वाले जो होते थे, अब वो लो में आ गए हैं क्योंकि बजट इतना रहा नहीं कोरोना कोविड करके। ਕੋਵਿਡ की वजह से सबका बजट हिला हुआ है। ਸੋ ਦੁਕਾਨਦਾਰਾਂ ਦੇ ਨਾਲ ਵੀ ਗੱਲ ਕੀਤੀ ਆ ਆਪਾਂ, ਵੱਖ-ਵੱਖ ਗਾਹਕਾਂ ਦੇ ਨਾਲ ਵੀ ਗੱਲ ਕੀਤੀ ਆ। ਸਾਰਿਆਂ ਦਾ ਕਹਿਣਾ ਇਹੀ ਹੈ ਕਿ ਲਗਾਤਾਰ ਮਹਿੰਗਾਈ ਦੇ ਵਧਣ ਦੇ ਨਾਲ ਕਾਫੀ ਚੀਜ਼ਾਂ ਨੇ ਜਿਹੜੀਆਂ ਉਹ ਬਾਜ਼ਾਰ ਨੂੰ ਪ੍ਰਭਾਵਿਤ ਕਰ ਰਹੀਆਂ ਨੇ। ਸੋ ਇਸ ਤੋਂ ਇਲਾਵਾ ਹੋਰ ਜਿਹੜੇ ਆਪਾਂ ਦੁਕਾਨਦਾਰਾਂ ਦੇ ਨਾਲ ਗੱਲਬਾਤ ਕਰਦੇ ਆ, ਕੀ ਕਹਿਣਾ ਉਹਨਾਂ ਦਾ। ਲਗਾਤਾਰ ਮਹਿੰਗਾਈ ਵੀ ਵੱਧ ਰਹੀ ਆ, ਉਸ ਤੋਂ ਬਾਅਦ ਕਰੋਨਾ ਪੈਂਡੇਮਿਕ ਦੇ ਚੱਲਦਿਆਂ ਸਾਰੇ ਜਿਹੜੇ ਧੰਦੇ ਨੇ ਉਹ ਲਗਭਗ ਪ੍ਰਭਾਵਿਤ ਹੋਏ ਨੇ। ਸੋ ਕੀ ਇਫੈਕਟ ਪਿਆ ਉਸ ਦਾ ਦੀਵਾਲੀ ਦੀ ਸ਼ਾਪਿੰਗ ਨੂੰ ਲੈ ਕੇ, ਜਾਂ ਫਿਰ ਆਲਮੋਸਟ ਬਾਜ਼ਾਰ ਦੇ ਉੱਪਰ ਕੀ ਪ੍ਰਭਾਵ ਰਿਹਾ, ਉਹਦੇ ਬਾਰੇ ਗੱਲਬਾਤ ਕਰਦੇ ਹਾਂ ਜੀ। ਤੁਹਾਡਾ ਨਾਮ? ਹਰਦੀਪ ਸਿੰਘ ਜੀ। ਜੀ ਹਰਦੀਪ ਸਿੰਘ, ਤੁਹਾਨੂੰ ਲੱਗਦਾ ਕਿ ਮਹਿੰਗਾਈ ਦੇ ਵਧਣ ਦੇ ਨਾਲ ਤੁਹਾਡੀ ਜਿਹੜੀ ਦੁਕਾਨਦਾਰੀ ਹੈ ਉਸ 'ਤੇ ਵੀ ਅਸਰ ਪਿਆ ਹੈ? ਜੀ ਬਿਲਕੁਲ ਪਿਆ। ਦੇਖੋ ਜੇ ਪੈਟਰੋਲ ਵਧੇਗਾ ਤੇ ਤੁਹਾਨੂੰ ਪਤਾ ਹਰ ਚੀਜ਼ ਦਾ ਇਫੈਕਟ ਪਏਗਾ, ਤੇ ਸਭ ਨੂੰ ਸੋਚਣਾ ਪੈਂਦਾ ਫਿਰ ਆਪਣੀ ਜੇਬ ਚੋਂ ਕਰਨ ਵਾਸਤੇ। ਤੇ ਮਹਿੰਗਾਈ ਦਾ ਬਹੁਤ ਫਰਕ ਹੈ, ਇਸ ਕਰਕੇ ਥੋੜ੍ਹਾ ਕੰਮ ਸ਼ੁਰੂ ਹੋਇਆ ਪਹਿਲੇ ਨਾਲੋਂ। ਪਿਛਲੇ ਸਾਲ ਤਾਂ ਬਹੁਤ ਸੀਗਾ, ਮਹਿੰਗਾਈ ਵੀ ਘੱਟ ਸੀ, ਤੁਹਾਨੂੰ ਪਤਾ ਹੀ ਹੈ। ਹੁਣ ਜਿੱਦਾਂ ਮਹਿੰਗਾਈ ਵੱਧ ਰਹੀ ਹੈ ਤੇ ਕਸਟਮਰ ਘਟੀ ਜਾ ਰਿਹਾ। ਸਭ ਤੋਂ ਵੱਡੀ ਪਰੇਸ਼ਾਨੀ ਹੈ ਨਾ ਉਹ ਇਹੀ ਹੈ ਵੀ ਹਰ ਚੀਜ਼ ਮਹਿੰਗੀ ਹੋ ਰਹੀ ਹੈ। ਤੁਸੀਂ ਮੈਨੂੰ ਪਿਛਲੀ ਦੀਵਾਲੀ ਤੋਂ ਲੈ ਕੇ ਇਸ ਦੀਵਾਲੀ ਤੱਕ ਗਿਣਾ ਦਿਓ ਕੋਈ ਚੀਜ਼ ਸਸਤੀ ਹੋਈ ਹੋਵੇ। ਹਰ ਚੀਜ਼, ਚਾਹੇ ਉਹ ਸਬਜ਼ੀ ਹੈ, ਚਾਹੇ ਉਹ ਪੈਟਰੋਲ ਹੈ, ਚਾਹੇ ਉਹ ਕੋਈ ਚੀਜ਼ ਅੱਜ ਕੱਲ੍ਹ ਲੈਣ ਜਾਓ ਮਾਰਕੀਟ 'ਚ ਤੇ ਮਹਿੰਗੀ ਹੀ ਮਿਲਦੀ ਹੈ। ਮਤਲਬ ਰੇਟ ਡਬਲ ਹੋ ਚੁੱਕੇ ਹੈ ਪਿੱਛੋਂ ਹੀ। GST ਲੱਗ ਕੇ ਵੀ ਆ ਰਿਹਾ ਕੁਛ, ਹੁਣ ਇਹ ਵੀ ਹੈ ਪੰਗਾ। ਅਤੇ ਕੁਛ ਪਿੱਛੇ ਲੇਬਰ ਚਲੇ ਗਈ ਸੀ ਹਰ ਕੰਮ ਦੀ, ਅਤੇ ਉਹਦੇ ਕਰਕੇ ਵੀ ਮਹਿੰਗਾਈ ਬਹੁਤ ਜ਼ਿਆਦਾ ਵੱਧ ਗਈ ਹੈ। ਸੋ ਮਹਿੰਗਾਈ ਦਾ ਮੁੱਦਾ ਲਗਾਤਾਰ ਹੈ ਜਿਹੜਾ ਉਹ ਚੱਲ ਰਿਹਾ। ਮਹਿੰਗਾਈ ਵੱਧ ਰਹੀ ਆ, ਪਰ ਆਮ ਆਦਮੀ ਦੇ ਜਿਹੜੇ ਸੋਰਸਿਸ ਨੇ ਇਨਕਮ ਦੇ ਉਹ ਸੀਮਤ ਨੇ, ਯਾਨੀ ਪਹਿਲਾਂ ਵਾਲੇ ਨੇ, ਪਰ ਮਹਿੰਗਾਈ ਵੱਧ ਰਹੀ ਆ। ਭਾਵੇਂ ਪੈਟਰੋਲ ਦੀ ਗੱਲ ਕਰ ਲਈਏ, ਫਿਰ ਰਸੋਈ ਗੈਸ ਦੀ ਗੱਲ ਕਰੀਏ। ਸੋ ਆਮ ਆਦਮੀ ਦੀ ਜ਼ਿੰਦਗੀ ਦੇ ਉੱਪਰ ਤੁਹਾਨੂੰ ਕੀ ਲੱਗਦਾ ਕਿ ਅਸਰ ਪਿਆ ਇਹਦਾ? ਹਾਂਜੀ ਜ਼ਰੂਰ, ਮਹਿੰਗਾਈ ਦਾ ਆਮ ਇਨਸਾਨ 'ਤੇ ਬਹੁਤ ਅਸਰ ਪਿਆ ਹੈ। ਜਿਵੇਂ ਕਿ ਅਸੀਂ ਕਿਸਾਨ ਆ, ਅਸੀਂ ਖੇਤੀ ਕਰਦੇ ਹਾਂ, ਪਰ ਅਸੀਂ ਜਦੋਂ ਹੁਣ ਟਰੈਕਟਰ ਚਲਾਉਣਾ ਹੈ ਤਾਂ ਸਾਡੇ ਲਈ ਜਿਹੜਾ ਤੇਲ ਦਾ ਖਰਚਾ ਹੈ ਉਹ ਬਹੁਤ ਜ਼ਿਆਦਾ ਵੱਧ ਗਿਆ। ਜਦਕਿ ਸਾਨੂੰ ਜਿਹੜੀ ਸਾਡੀ ਫਸਲ ਬਾੜੀ ਹੈ ਉਹਦੇ ਸਾਨੂੰ ਲਾਗਤ ਉਨੇ ਪੈਸੇ ਉਨੇ ਹੀ ਮਿਲਦੇ ਨੇ ਜਿੰਨੇ ਕਿ ਮਿਲਦੇ ਨੇ ਹਮੇਸ਼ਾ ਤੋਂ ਹੀ। ਪੁਰਾਣੇ ਰੇਟ ਚੱਲਦੇ ਆਉਂਦੇ ਆ, ਰੇਟ ਸਾਨੂੰ ਉਹੀ ਮਿਲਦੇ ਆ। ਪੈਟਰੋਲ ਵੱਧ ਗਿਆ। ਇਹ ਸਾਰੀਆਂ ਕੀਮਤਾਂ ਦੇ ਕਾਰਨ ਸਾਨੂੰ ਕੀ ਹੈ, ਸਾਡੀ ਆਮ ਜ਼ਿੰਦਗੀ ਪਰ ਬਹੁਤ ਜ਼ਿਆਦਾ ਅਸਰ ਪੈਂਦਾ ਹੈ। ਹੁਣ ਤੁਸੀਂ ਖੇਤੀ ਕਾਨੂੰਨਾਂ ਨੂੰ ਹੀ ਲੈ ਕੇ ਦੇਖ ਲਓ। ਖੇਤੀ ਕਾਨੂੰਨ ਹੁਣ ਜਿਹੜੀ ਛੱਲੀ ਅਸੀਂ ਲਾ ਲਓ 8-5 ਰੁਪਏ ਸਾਡੇ ਖੇਤਾਂ 'ਚ ਮਿਲ ਰਹੀ ਹੈ, ਉਹੀ ਮੋਲਾਂ 'ਚ ਤੁਹਾਨੂੰ 30-40 ਰੁਪਏ ਮਿਲ ਰਹੀ ਹੈ। ਤਾਂ ਇਹ ਫੈਕਟਸ ਆਮ ਇਨਸਾਨ 'ਤੇ ਬਹੁਤ ਜ਼ਿਆਦਾ ਹੈ। ਜਿਨ੍ਹਾਂ ਨੂੰ ਖੇਤੀ ਕਾਨੂੰਨ ਆਏ ਲੱਗਦਾ ਵੀ ਜਸਟ ਇਹ ਫਾਰਮੈਲਿਟੀ ਹੈ, ਕਿਸਾਨ ਫਾਰਮੈਲਿਟੀ ਕਰ ਰਹੇ ਹੈ ਵੀ ਕਿਸਾਨ ਨੂੰ ਬਹੁਤ ਜ਼ਿਆਦਾ ਫਾਇਦਾ ਹੋਊਗਾ, ਉਹ ਖੇਤਾਂ 'ਚ ਆ ਕੇ ਦੇਖੋ ਵੀ ਸਾਨੂੰ ਕੀ ਫਾਇਦਾ ਹੋ ਰਿਹਾ ਹੈ, ਤਾਂ ਇਹਦਾ ਗੌਰਮੈਂਟ ਨੂੰ ਕੀ ਫਾਇਦਾ ਹੋ ਰਿਹਾ ਹੈ। ਥੈਂਕ ਯੂ।
ਸੋ ਚਮਨਪ੍ਰੀਤ ਜੀ ਦੇ ਨਾਲ ਆਪਾਂ ਗੱਲਬਾਤ ਕਰ ਰਹੇ ਸੀ। ਉਹਨਾਂ ਨੇ ਗਰਾਊਂਡ ਰਿਐਲਿਟੀ ਦੱਸੀ ਹੈ ਕਿ ਇੱਕ ਕਿਸਾਨ ਨੂੰ ਜਿਹੜੀ ਲਾਗਤ ਆ ਬਹੁਤ ਜ਼ਿਆਦਾ ਪੈਂਦੀ ਹੈ। ਲਗਾਤਾਰ ਡੀਜ਼ਲ ਦੇ ਪ੍ਰਾਈਸ ਨੇ ਜਿਹੜੇ ਉਹ ਵਧਦੇ ਜਾ ਰਹੇ ਨੇ, ਪੈਟਰੋਲ ਦੀ ਕੀਮਤ ਲਗਾਤਾਰ ਵਧਦੀ ਜਾ ਰਹੀ ਹੈ। ਸੋ ਜਿਨ੍ਹਾਂ ਨੂੰ ਲੱਗਦਾ ਹੈ ਕਿ ਖੇਤੀ ਕਾਨੂੰਨ ਨੇ ਜਿਹੜੇ ਉਹ ਸਿਰਫ ਬੋਗਸ ਨੇ, ਉਹਨਾਂ ਦੇ ਲਈ ਇਹਨਾਂ ਨੇ ਕਿਹਾ ਕਿ ਉਹ ਬਿਲਕੁਲ ਨਹੀਂ, ਕਿਉਂਕਿ ਗਰਾਊਂਡ ਰਿਐਲਿਟੀ ਕੀ ਹੈ ਕਿ ਕਿਸਾਨ ਨੂੰ ਮਿੱਟੀ ਨਾਲ ਮਿੱਟੀ ਹੋਣਾ ਪੈਂਦਾ, ਜਿਸ ਤੋਂ ਬਾਅਦ ਜਿਹੜੀ ਉਹ ਪੁੱਜ ਹੁੰਦੀ ਹੈ। ਸੋ ਖੇਤੀ ਕਾਨੂੰਨਾਂ ਨੂੰ ਲੈ ਕੇ ਗੱਲ ਕਰੀਏ, ਪਿਛਲੇ 11 ਮਹੀਨਿਆਂ ਤੋਂ ਕਿਸਾਨ ਦਿੱਲੀ ਦੀਆਂ ਸਰਹੱਦਾਂ ਤੇ ਬੈਠੇ ਹੋਏ ਨੇ, ਪਰ ਕੇਂਦਰ ਸਰਕਾਰ ਆਪਣੀ ਸੁਣਵਾਈ ਨਹੀਂ ਕਰ ਰਹੀ ਹੈ ਨਾ। ਸੋ ਉਸ ਦੇ ਚੱਲਦਿਆਂ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਇਸ ਬਾਰੇ ਇਹੀ ਕਹਿਣਾ ਚਾਹੁੰਦੀ ਹਾਂ ਕਿ ਗਵਰਨਮੈਂਟ ਨੂੰ ਸਾਡੀ ਵੀ ਸੁਣਨੀ ਚਾਹੀਦੀ ਹੈ ਵੀ ਅਸੀਂ ਕੀ ਕਹਿਣਾ ਚਾਹੁੰਦੇ ਆ ਔਰ ਸਾਡੇ ਤੇ ਇਹ ਕਾਨੂੰਨਾਂ ਦਾ ਕੀ ਅਸਰ ਹੋ ਰਿਹਾ ਹੈ ਜਾਂ ਆਉਣ ਵਾਲੇ ਸਮੇਂ 'ਚ ਕੀ ਅਸਰ ਹੋਵੇਗਾ। ਇਸ ਨਾਲ ਕਿਸਾਨਾਂ ਦੀ ਪਹਿਲਾਂ ਹੀ ਬਹੁਤ ਜ਼ਿਆਦੀਆਂ ਸੁਸਾਈਡ ਹੋ ਰਹੀਆਂ। ਆਪਾਂ ਰੋਜ਼ ਅਖਬਾਰਾਂ 'ਚ ਪੜ੍ਹਦੇ ਹਾਂ ਵੀ ਆਓ ਕਿਸਾਨ ਨੇ ਕਰਜ਼ੇ ਪਿੱਛੇ ਆ ਕੇ ਸੁਸਾਈਡ ਕਮਿਟ ਕਰ ਲਿਆ, ਉੱਥੇ ਆਏ ਹੋ ਗਿਆ। ਉਹ ਸਭ ਕੁਝ ਯੂਜ਼ਲੈਸ ਗੱਲਾਂ ਨਹੀਂ ਹੈਗੀਆਂ। ਤਾਂ ਗਵਰਨਮੈਂਟ ਨੂੰ ਇਹ ਗੱਲਾਂ ਨੂੰ ਵੀ ਧਿਆਨ 'ਚ ਲਿਆਉਣਾ ਚਾਹੀਦਾ ਹੈ ਵੀ ਕਿਸਾਨ ਉੱਥੇ ਕਿਉਂ ਬੈਠੇ ਨੇ, ਆਪਣੇ ਘਰ-ਬਾਰ ਛੱਡ ਕੇ ਉੱਥੇ ਲੰਗਰ ਲਾ ਰਹੇ ਨੇ, ਆਪਣੇ ਘਰ-ਬਾਰ ਛੱਡ ਰਹੇ ਨੇ, ਆਪਣਾ ਪਰਿਵਾਰ ਛੱਡ ਰਹੇ ਨੇ, ਵੀ ਉਹ ਕੋਈ ਫਾਰਮੈਲਿਟੀ ਲਈ ਤਾਂ ਉੱਥੇ ਬੈਠੇ ਨਹੀਂਗੇ। ਵੀ ਉਹਨਾਂ ਨੂੰ ਸਮਝਣਾ ਚਾਹੀਦਾ ਹੈ ਵੀ ਅਸੀਂ ਕੋਈ ਸਾਡੀ ਮਤਲਬ ਕੋਈ ਮੈਂਟੈਲਿਟੀ ਤਾਂ ਇਹੋ ਜਿਹੀ ਹੈ ਨਹੀਂ ਵੀ ਹਾਂ ਅਸੀਂ ਉੱਥੇ ਦਿੱਲੀ 'ਚ ਜਾ ਕੇ ਰੋਲਾ ਰੱਪਾ ਪਾਈਏ ਜਾਂ ਕੋਈ ਆਪਣੇ ਕੰਮ ਛੱਡ ਕੇ ਵਿਹਲੇ ਉੱਥੇ ਬੈਠੀਏ। ਤਾਂ ਗਵਰਨਮੈਂਟ ਨੂੰ ਇਹਨਾਂ ਗੱਲਾਂ ਨੂੰ ਧਿਆਨ 'ਚ ਰੱਖਣਾ ਚਾਹੀਦਾ ਹੈ ਵੀ ਕਿਸਾਨ ਉੱਥੇ ਕਿਉਂ ਬੈਠੇ ਨੇ, ਉਹਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ, ਉਹਨਾਂ ਨੂੰ ਪੁੱਛਣਾ ਚਾਹੀਦਾ ਵੀ ਅਸੀਂ ਖੇਤੀ ਕਾਨੂੰਨਾਂ ਬਾਰੇ ਕਿਉਂ ਬੋਲ ਰਹੇ ਹਾਂ। मोदी सरकार ने देखो कितनी महंगाई करती दुनिया में, ये भी चीज़ें नोट करो, उसी हिसाब से सारा कुछ चलेगा। सब सस्ता करेंगे, जब हम आएंगे सस्ता कुछ भी नहीं हुआ, सब कुछ महंगा हुआ है, कोई चीज़ सस्ती नहीं है यहाँ, सब कुछ महंगा। सिर्फ एक सस्ता है तो बनता ही सस्ता है, बस और कुछ नहीं सस्ता है यहाँ, यही कहेंगे हम। जो कांग्रेस का रास्ता तो पेट्रोल क्या रेट था, आज की डेट में पेट्रोल क्या रेट है? हर चीज़ तो डिपेंड करती है, इसी के ऊपर डिपेंड करती है ना। पहले पेट्रोल का रेट कह रहे थे हम आएंगे तो पेट्रोल का रेट कम होगा, हुआ? डीजल कम हुआ, गैस सिलेंडर कम हुआ। घर की कोई भी चीज़ आप लेने जाते हो पहले से और आज के रेट के कंपेयर करो, जब से मोदी सरकार आई है क्या कम हुआ है, क्या कम किया इन्होंने कहते हम कम करेंगे, कुछ कम हुआ? लेकिन इसके बावजूद मोदी वाइब है, आप किसी से भी पूछ लो तो वो कहेंगे कि आएंगे तो मोदी जी। इसके बारे में आप क्या कहना चाहेंगे? इसके बारे में हम कुछ नहीं कहेंगे, हम तो नहीं चाहते। अगर महंगाई से बढ़ रही थी कौन देगा मैडम? आज जो हमारे पास कुछ सैलरी डिस्कम देते हैं, कल ये 7,000 में खुश थे, आज 9,000 पे जो तब भी खुश नहीं है, क्योंकि इनका गुजारा ही नहीं हो रहा। फिर भी अगर आपकी पे पिछले 2 साल में 15,000 थी, यार आप 30,000 पे ले रहे हो, आप आज भी खुश नहीं, सेटिस्फाइड नहीं हो, क्यों? हर चीज़ का प्राइस बढ़ा है ना। ਨਹੀਂ ਜਿੱਦਾਂ ਹਰ ਵਾਰ ਇਲੈਕਸ਼ਨ ਆਉਂਦੇ ਨੇ, ਵੱਡੇ ਵੱਡੇ ਵਾਅਦੇ ਕਰਦੇ ਨੇ ਨੇਤਾ ਕਿ ਅਸੀਂ ਮਹਿੰਗਾਈ ਘੱਟ ਕਰਾਂਗੇ, ਮਤਲਬ ਮਹਿੰਗਾਈ ਨਹੀਂ ਕਰਾਂਗੇ, ਅਸੀਂ ਕੋਈ ਪ੍ਰਾਈਸ ਨਹੀਂ ਵਧਾਵਾਂਗੇ, ਪੈਟਰੋਲ ਡੀਜ਼ਲ ਸਸਤਾ ਹੋਏਗਾ, ਹੈ ਨਾ। ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਕਿਹੜੇ ਮੁੱਦੇ ਹੋਣੇ ਚਾਹੀਦੇ ਨੇ ਆਉਣ ਵਾਲੇ ਟਾਈਮ ਦੇ ਵਿੱਚ? ਮੈਡਮ ਇਹ ਤਾਂ ਟਾਈਮ ਹੁਣ ਜਦੋਂ ਆਏਗਾ ਫਿਰ ਹੀ ਪਤਾ ਲੱਗਦਾ ਕਿ ਇਹ ਕੀ ਆਪਣੀ ਗੇਮ ਖੇਡਦੇ। ਅਸੀਂ ਲੋਕ ਤਾਂ ਆਮ ਤੁਹਾਨੂੰ ਜਨ ਰਸਤਾ, ਇਹ ਲੋਕ ਤਾਂ ਕੁਛ ਹੋਰ ਹੀ ਢੰਗ ਨਾਲ ਚੱਲਦੇ। ਅਸੀਂ ਤਾਂ ਇੱਕ ਆਮ ਤੁਹਾਡੇ ਨਾਲ ਗੱਲ ਕਰਤੀ, ਜੋ ਸਾਡੇ ਮਨ 'ਚ ਆਈ, ਸਾਨੂੰ ਅੱਛੀ ਲੱਗੀ ਵੀ ਤੁਹਾਡੇ ਨਾਲ ਸ਼ੇਅਰ ਕਰਦੀ ਹੈ, ਗੱਲ ਸ਼ੇਅਰ ਕਰਤੀ। ਪਰ ਉਹ ਲੋਕ ਕੁਛ ਹੋਰ ਪੋਲਿਟਿਕਸ ਖੇਡਦੇ ਆ, ਉਹਦਾ ਉਹਨਾਂ ਦੀ ਸਕੀਮ ਹੀ ਸਾਨੂੰ ਸਾਰਾ ਬੇਵਕੂਫ ਬਣਾਉਣ ਦੀ ਹੁੰਦੀ ਹੈ। ਅੱਜ ਇਸ ਪਾਰਟੀ ਚਲੇ ਗਏ, ਉਹਨਾਂ ਦੇ ਹੀ ਮੈਂਬਰਸ ਆ ਜਿਹੜੇ ਅੱਜ ਇਸ ਪਾਰਟੀ 'ਚ ਆ ਗਏ, ਕਾਂਗਰਸ ਆਮ ਆਦਮੀ ਪਾਰਟੀ ਚਲੇ, ਆਮ ਤੋਂ ਭਾਜਪਾ ਚਲੇ ਗਏ, ਭਾਜਪਾ ਤੋਂ ਕਿਸੇ ਹੋਰ ਚਲੇ ਗਏ, ਇਹ ਖੁਦ ਹੀ ਪਾਰਟੀਆਂ ਬਦਲਦੇ ਰਹਿੰਦੇ ਆ। ਪਰ ਮੋਦੀ ਸਰਕਾਰ ਨੇ ਕਿਹਾ ਸੀਗਾ ਕਿ GST ਦੇਣ ਦਾ ਇੱਕ ਦੁਕਾਨਦਾਰ ਨੂੰ ਬਹੁਤ ਜ਼ਿਆਦਾ ਫਾਇਦਾ ਹੋਵੇਗਾ। ਕੀ ਲੱਗਦਾ ਕਿ ਇਹ ਇੱਕ ਸਿਰਫ ਕਹਿਣ ਦੀ ਗੱਲ ਹੀ ਸੀ, ਫਾਇਦਾ ਹੋ ਰਿਹਾ ਜਾਂ ਨਹੀਂ ਹੋ ਰਿਹਾ? ਫਾਇਦਾ ਕੀ ਹੋ ਰਿਹਾ ਮੈਡਮ? ਕੁਝ ਵੀ ਨਹੀਂ ਹੋ ਰਿਹਾ ਫਾਇਦਾ। ਤਾਂ ਅਸੀਂ ਤਾਂ ਟੈਕਸ ਜਿੱਦਾਂ ਆ ਰਹੇ ਹਾਂ ਉੱਦਾਂ ਦੇਈ ਜਾ ਰਹੇ ਅੱਗੇ, ਸਾਨੂੰ ਕੀ ਬੈਨੀਫਿਟਸ ਹੋ ਰਿਹਾ ਇਹਦੇ 'ਚ? ਸਾਡਾ ਤਾਂ ਸਗੋਂ ਮਾਰਜਨ ਘਟ ਗਿਆ ਇਹਦੇ 'ਚ, ਉਹ ਸਾਡਾ ਆਪਣਾ ਪਰਸਨਲ ਦਾ ਮਾਰਜਨ ਘਟਿਆ ਨਾ ਜੀ ਉਹਦੇ ਵਿੱਚ। ਟੈਕਸ ਤਾਂ ਸਰਕਾਰ ਪਹਿਲੇ ਵੀ ਲੈਂਦੀ ਸੀ, ਹੁਣ GST ਵੀ ਲੈਣ ਲੱਗ ਪਈ ਆ। 5% ਸੀ 12% ਕਰ ਦਿੱਤਾ, 12 ਤੋਂ 20 ਕਰ ਦੇਗੀ, ਫਿਰ ਵੀ ਦੇਵਾਂਗੇ, ਫਿਰ ਵੀ ਦੇਣਾ ਪਏਗਾ ਸਾਨੂੰ। ਜੇ ਅਸੀਂ ਕੰਮ ਕਰਨਾ ਇੱਥੇ ਬੈਠਣਾ ਸਾਨੂੰ ਫਿਰ ਵੀ ਦੇਣਾ ਪਏਗਾ ਟੈਕਸ ਸਰਕਾਰ ਨੂੰ। ਸਾਡਾ ਤਾਂ ਮਾਰਜਨ ਉਹੀ ਘਟਦਾ, ਸਾਡਾ ਮਾਰਜਨ ਘਟ ਰਿਹਾ ਮੈਡਮ। ਅਸੀਂ ਆਮ ਬੰਦੇ ਆ, ਸਾਡਾ ਮਾਰਜਨ ਘਟ ਰਿਹਾ, ਵੱਧ ਨਹੀਂ ਰਿਹਾ। ਚੰਡੀਗੜ੍ਹ ਦੀ ਟੌਪ ਕਲੈਕਸ਼ਨ ਜਿਹੜੀ ਸ਼ਾਪ ਹੈ ਇੱਥੇ ਟ੍ਰੈਡੀਸ਼ਨਲ ਡਰੈਸਸ ਦੇ ਲਈ ਕਾਫੀ ਜ਼ਿਆਦਾ ਜਾਣੀ ਜਾਂਦੀ ਹੈ, ਕਾਫੀ ਜ਼ਿਆਦਾ ਫੇਮਸ ਹੈ। ਸੋ ਉਹਨਾਂ ਜੋ ਮਾਲਿਕ ਨੇ ਦੁਕਾਨ ਦੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਜੀ
यहाँ पे ट्रेडिशनल ड्रेसेस मिलती हैं काफ़ी ज़्यादा फेमस है ये आपकी शॉप। और अगर बात करें कि इस बार जैसे फेस्टिवल सीज़न है, दिवाली आ रही है, अभी करवा चौथ निकला है, तो आपको लगता है कि पैंडेमिक के बाद आपकी जो कारोबार है उस पर कुछ असर पड़ा है, कम ज़्यादा कुछ? नहीं, अब तो ऐसी कोई बात नहीं, अब तक काम खुल चुका है बहुत अच्छा। बस फेस्टिवल सीजन बहुत अच्छा लग रहा है, करवा बहुत अच्छा लगा है हमारा, ऐसी बात नहीं है। दिक्कत कोई सिस्टम कोई दिक्कत किस काम में कोई दिक्कत नहीं है इस टाइम, अच्छा काम चल रहा है। मतलब ये नहीं आप कहेंगे कि लाइक पिछले साल ज़्यादा था या फिर इस बार कम, या जितना पिछले साल आपको आमदनी हुई है इस साल भी उतनी ही है? पिछले साल से मतलब कि 30% थोड़ा कम हुआ है, 30% थोड़ा कम नॉर्मल तो काम रहा है। बाकी कोई ऐसी दिक्कत वाली बात नहीं है जो ऐसे लग रहा था काम बिल्कुल निकलेगा नहीं, फेस्टिवल सीजन कम लगेगा, कोई दिक्कत ना आ जाए, ऐसा कोई प्रॉब्लम नहीं आई मेरे को। पर लोगों की ना हम बात कर रहे थे पीछे, तो लोगों की एक सबसे जो बड़ी दिक्कत है वो ये कह रहे हैं कि जो महंगाई है वो लगातार बढ़ रही है। हमारे जो सोर्सेज हैं, इनकम सोर्सेज, वो सीमित हैं, जो पहले वाले थे वही हैं, बट महंगाई है वो लगातार बढ़ रही है, चाहे रसोई गैस की बात करें या फिर पेट्रोल डीजल किसी की भी बात करें। तो आपको लगता है कि ये बात सही है? बिल्कुल सही बात है, तो महंगाई तो बहुत बढ़ रही है। सिलेंडर देखो कहाँ 1000 रुपये सिलेंडर पहुँच चुका है। कारोबार में हमारे में दिक्कत ऐसी बहुत परेशानी आ रही है, मतलब कि जो चीज़ मतलब आज से मतलब 1 साल पहले या 8 महीने पहले की बात है, मतलब जो हमारी चीज़ 1500 की आती है वो इस टाइम 1600-1700 खुद की परचेज आ रही है हमारी। उसके ऊपर GST लग रहा है, 12% GST लगता है, सबको लगता है, फिर महंगाई तो बढ़ ही रही है, कंट्रोल में नहीं आ रहा है। मतलब मोदी जी ने जैसे जब आए थे तो उन्होंने एक नारा दिया था कि सबका साथ सबका विकास, है ना? तो क्या आपको लगता है कि ये विकास हो रहा है? नहीं जी, कोई विकास नहीं हो रहा है इस टाइम। महंगाई बढ़ा रहे हैं, विकास कैसा हो रहा है? विकास तो कुछ हो नहीं रहा है यहाँ पे। इतनी महंगाई बढ़ चुकी है कि विकास किस लिए, विकास किसे कहते हैं? मैं कोई मतलब कि कुछ कम होता, कुछ मतलब आमदनी मतलब बढ़ती है, मतलब कारोबार में तो बढ़ावा था, वो डाउन ही आ रहा है कारोबार में। तो ਸੋ ਚੰਡੀਗੜ੍ਹ ਦੀ ਮਾਰਕੀਟ ਦੇ ਵਿੱਚ ਆਪਾਂ ਗੱਲਬਾਤ ਕਰਦੇ ਆ ਰਹੇ ਹਾਂ ਲਗਾਤਾਰ ਲੋਕਾਂ ਦੇ ਨਾਲ। ਮਹਿੰਗਾਈ ਦਾ ਮੁੱਦਾ ਜਿਹੜਾ ਕਾਫੀ ਜ਼ਿਆਦਾ ਭਖਿਆ ਹੋਇਆ, ਲੋਕਾਂ ਦੀ ਸ਼ਿਕਾਇਤ ਹੈ ਕਿ ਕੇਂਦਰ ਸਰਕਾਰ ਵੱਲੋਂ ਲਗਾਤਾਰ 2014 ਤੋਂ ਬਾਅਦ ਜਿਹੜੀ ਮਹਿੰਗਾਈ ਹੈ ਉਹਦਾ ਸਤਰ ਹਮੇਸ਼ਾ ਵਧਦਾ ਹੀ ਜਾ ਰਿਹਾ ਹੈ। ਸੋ ਗੱਲਬਾਤ ਕਰਦੇ ਆ ਰਵੀਨਾ ਜੀ ਇੱਥੇ ਸਾਡੇ ਨਾਲ ਮੌਜੂਦ ਨੇ। ਜੀ, ਤੁਹਾਨੂੰ ਕੀ ਲੱਗਦਾ ਹੈ ਕਿ ਲਗਾਤਾਰ 2014 ਤੋਂ ਬਾਅਦ ਜੇ ਗੱਲ ਕਰੀਏ, ਕਿਉਂਕਿ ਪਿੱਛੇ ਅਸੀਂ ਗੱਲਬਾਤ ਕਰ ਰਹੇ ਸੀ, ਲੋਕਾਂ ਦੀ ਇਹੀ ਸ਼ਿਕਾਇਤ ਹੈ ਕਿ ਮਹਿੰਗਾਈ ਲਗਾਤਾਰ ਵਧਦੀ ਆ ਰਹੀ ਹੈ, ਤੁਹਾਡਾ ਇਸ ਬਾਰੇ ਕੀ ਕਹਿਣਾ ਹੈ? ਮੇਰਾ ਵੀ ਕਹਿਣਾ ਹੈ ਕਿ ਲੋਕੀ ਬੜੇ ਪਰੇਸ਼ਾਨ ਹੈ ਵਿਚਾਰੇ, ਇੰਨਾ ਕੰਮ ਧੰਦਾ ਹੈ ਨਹੀਂ ਹੈ, ਮਹਿੰਗਾਈ ਬਹੁਤ ਵੱਧ ਚੁੱਕੀ ਹੈ। ਹੁਣ ਸੀਜ਼ਨ ਚੱਲਿਆ ਹੋਇਆ, ਲੋਕਾਂ ਦੇ ਵਿਆਹ ਨੇ, ਸ਼ਾਦੀਆਂ ਨੇ, ਸਾਰਾ ਕੁਝ ਹੈ। ਹੁਣ ਲੋਕੀ ਨਹੀਂ ਇੰਨੀ ਖਰੀਦੋ, ਜਿੱਥੇ ਵੀ ਜਾਂਦੇ ਨੇ ਉੱਥੇ ਮਹਿੰਗਾਈ ਬਹੁਤ बढ़ा ਚੁੱਕੇ ਹੈ ਲੋਕ, ਤੇ ਇਹ ਘੱਟ ਕਰਨੀ ਚਾਹੀਏ ਮਹਿੰਗਾਈ ਜਰਾ ਥੋੜੀ ਜਿਹੀ। ਤੇ ਇੱਥੇ ਆਪਾਂ ਜੇ ਗੱਲ ਕਰੀਏ ਕਿਸਾਨਾਂ ਦੀ ਵੀ ਆਪਾਂ ਇੱਥੇ ਗੱਲ ਨੂੰ ਰੱਖੀਏ, ਹੈ ਨਾ, ਕਿ ਕਿਸਾਨ ਲਗਾਤਾਰ 11 ਮਹੀਨੇ ਹੋ ਚੁੱਕੇ ਨੇ ਉਹਨਾਂ ਨੂੰ ਬੈਠਿਆਂ ਨੂੰ, ਔਰ ਜਿਹੜੀ MSP ਉਹਦੀ ਗੱਲ ਕਰ ਰਹੇ ਨੇ, ਪਰ ਸਰਕਾਰ ਹੈ ਉਹਨਾਂ ਦੀਆਂ ਮੰਗਾਂ ਮੰਨ ਨਹੀਂ ਰਹੀ। ਸੋ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋ? ਮੈਂ ਤੇ ਇਹ ਚਾਹੁੰਦੀ ਹਾਂ ਕਿਸਾਨ ਭਾਈਆਂ ਦਾ ਸੁਣਨਾ ਚਾਹੀਦਾ ਹੈ। ਉਹ ਸਾਰੀ ਜਨਤਾ ਦੇ ਸਾਡੇ ਢਿੱਡ ਭਰਦੀ ਹੈ। ਕਿਸਾਨ ਵਿਚਾਰੇ ਮਿਹਨਤ ਕਰਦੇ ਨੇ, ਸਾਰਾ 6-6 ਮਹੀਨੇ ਲੱਗੇ ਰਹਿੰਦੇ ਨੇ ਖੇਤਾਂ 'ਚ, ਲਾਸਟ 'ਚ ਵਿਚਾਰਿਆਂ ਨੂੰ ਕੁਝ ਨਹੀਂ ਮਿਲੇਗਾ। ਮੈਂ ਤਾਂ ਚਾਹੁੰਦੀ ਹਾਂ ਮੋਦੀ ਸਰਕਾਰ ਨੂੰ ਉਹਨਾਂ ਦਾ ਸੁਣਨਾ ਚਾਹੀਦਾ ਹੈ, ਉਹਨਾਂ ਦਾ ਜ਼ਰੂਰ ਮੰਨਣਾ ਚਾਹੀਦਾ ਕਹਿਣਾ। ਮੈਂ ਸਨਗਲਾਸਿਸ ਲੈਣ ਆਇਆ ਸੀ 100 ਰੁਪਏ ਵਾਲੇ, ਮੈਂ ਕਿਹਾ ਮਹੀਨਾ ਪਾਉਂਗਾ ਬਾਅਦ ਸੁੱਟ ਦੂੰਗਾ। ਮੋਲ ਜਾਂਦੇ ਸੀ ਜੀ, ਹੁਣ ਇੱਥੇ ਸ਼ਾਸਤਰੀ ਜਾਣ ਲੱਗੇ, ਹੁਣ 100 ਰੁਪਏ ਵਾਲਾ ਲੈਣ ਲੱਗੇ। ਪਹਿਲਾਂ ਲੈਂਦੇ ਸੀ 3-3 ਹਜ਼ਾਰ ਦੇ ਪਾਉਂਦੇ ਹੁੰਦੇ ਸੀ ਸਨਗਲਾਸਿਸ, ਹੁਣ 100 ਰੁਪਏ ਤੇ ਪਾ ਕੇ ਕਹਿੰਦੇ ਚੱਲ ਸੁੱਟ ਦਾਂਗੇ, ਹੋਰ ਲੈ ਲਾਂਗੇ 100 ਦਾ। ਪਹਿਲਾਂ ਲੈਂਦੇ ਹੁੰਦੇ ਸੀ, ਬ੍ਰਾਂਡ ਹੁੰਦਾ ਸੀ, ਪਰ ਹੁਣ ਅੱਜ ਕੱਲ੍ਹ ਨਹੀਂ ਜੀ, ਕੋਈ ਨਹੀਂ ਆ, ਕੁਝ ਸਾਰੀ ਹਵਾ ਹੁਵਾ ਸਭ ਨਿਕਲ ਗਈ, ਪੁਗਰਾਪੰਤੀ। 100-150 ਰੁਪਏ ਵਾਲਾ ਜਿਹੜਾ ਕੱਪੜੇ ਦੇਸੀ ਪਾ ਕੇ ਉਹੀ ਕੰਮ ਚਲਾ ਲੈਂਦੇ। ਸੋ ਦੁਕਾਨਦਾਰਾਂ ਦੇ ਨਾਲ ਵੀ ਗੱਲ ਕੀਤੀ ਆ ਆਪਾਂ, ਵੱਖ-ਵੱਖ ਗਾਹਕਾਂ ਦੇ ਨਾਲ ਵੀ ਗੱਲ ਕੀਤੀ ਆ। ਸਾਰਿਆਂ ਦਾ ਕਹਿਣਾ ਇਹੀ ਹੈ ਕਿ ਲਗਾਤਾਰ ਜਿਹੜੀ ਮਹਿੰਗਾਈ ਵੱਧਦੀ ਜਾ ਰਹੀ ਆ, ਕੇਂਦਰ ਸਰਕਾਰ ਨੂੰ ਇਸ ਦੇ ਉੱਪਰ ਧਿਆਨ ਜ਼ਰੂਰ ਦੇਣਾ ਚਾਹੀਦਾ ਹੈ। ਕੈਮਰਾਮੈਨ ਗੁਰਦੇਵ ਦੇ ਨਾਲ ਮੈਂ ਆਸ਼ਾ ਪੰਜਾਬੀ, ਡਨ ਮਿਊਟ।